Hello students, class BA second semester third, class BA honors school in economics 1 semester 1, topic investment function। पिछली वीडियो ਦੇ ਵਿੱਚ ਆਪਾਂ ਪੜ੍ਹ ਚੁੱਕੇ ਹਾਂ ਕਿ ਇਨਵੈਸਟਮੈਂਟ ਦਾ ਮੀਨਿੰਗ ਕੀ ਹੁੰਦਾ, ਇਹਦੀਆਂ ਟਾਈਪਸ ਕਿਹੜੀਆਂ ਤੇ ਟਾਈਪਸ ਕਿਹੜੇ ਆ। ਇਹਦੇ 'ਚ ਆਪਾਂ ਇਨਵੈਸਟਮੈਂਟ ਬਾਰੇ ਦੱਸਿਆ ਸੀ ਕਿ ਕੈਪੀਟਲ ਸਟਾਕ ਦੇ ਵਾਧੇ ਨੂੰ ਇਨਵੈਸਟਮੈਂਟ ਕਿਹਾ ਜਾਂਦਾ। ਨਵੀਆਂ ਮਸ਼ੀਨਾਂ, ਨਵੀਂ ਬਿਲਡਿੰਗ, ਨਵੀਂ ਫੈਕਟਰੀ ਦੇ ਉੱਤੇ ਜਦੋਂ ਖਰਚ ਕੀਤਾ ਜਾਂਦਾ ਜਾਂ ਜਦੋਂ ਇਹਨਾਂ ਨੂੰ ਖਰੀਦਿਆ ਜਾਂਦਾ ਤਾਂ ਇਸ ਨੂੰ ਇਨਵੈਸਟਮੈਂਟ ਕਿਹਾ ਜਾਂਦਾ। ਇਹਨਾਂ ਦੇ ਨਾਲ ਪ੍ਰੋਡਕਸ਼ਨ ਕਪੈਸਿਟੀ ਦੇ ਵਿੱਚ ਵਾਧਾ ਹੁੰਦਾ, ਆਊਟਪੁੱਟ ਤੇ ਇੰਪਲਾਇਮੈਂਟ ਦੇ ਵਿੱਚ ਵਾਧਾ ਹੁੰਦਾ। ਇਕੋਨਮੀ ਦੇ ਆਊਟਪੁੱਟ ਤੇ ਇੰਪਲਾਇਮੈਂਟ 'ਚ ਵਾਧਾ ਹੁੰਦਾ, ਇਕੋਨਮੀ ਦੀ ਪ੍ਰੋਡਕਸ਼ਨ ਕਪੈਸਿਟੀ ਦੇ ਵਿੱਚ ਵਾਧਾ ਹੁੰਦਾ। ਆਪਾਂ ਇਹ ਪੜ੍ਹ ਚੁੱਕੇ ਹਾਂ, ਕੰਸੈਪਟ ਪੜ੍ਹ ਚੁੱਕੇ ਹਾਂ, ਟਾਈਪਸ ਪੜ੍ਹ ਰਹੇ ਸੀ, ਅੱਧੀਆਂ ਰਹਿ ਗਈਆਂ ਸੀ। ਜਿਵੇਂ ਆਪਾਂ ਟਾਈਪਸ ਪੜ੍ਹ ਚੁੱਕੇ ਸੀ, ਫਾਈਨੈਂਸ਼ੀਅਲ ਇਨਵੈਸਟਮੈਂਟ, ਰੀਅਲ ਇਨਵੈਸਟਮੈਂਟ, ਇੰਡਿਊਸਡ ਇਨਵੈਸਟਮੈਂਟ ਤੇ ਆਟੋਨਮਸ ਇਨਵੈਸਟਮੈਂਟ, ਇਹ ਆਪਾਂ ਪੜ੍ਹ ਚੁੱਕੇ ਹਾਂ। ਹੁਣ ਆਪਾਂ ਪੜ੍ਹਾਂਗੇ ਪ੍ਰਾਈਵੇਟ ਇਨਵੈਸਟਮੈਂਟ। ਪ੍ਰਾਈਵੇਟ ਇਨਵੈਸਟਮੈਂਟ ਉਹ ਇਨਵੈਸਟਮੈਂਟ ਹੁੰਦਾ ਜਿਹੜਾ ਪ੍ਰੋਫਿਟ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ ਹੈ, ਜਿਹੜਾ ਪ੍ਰੋਫਿਟ ਨੂੰ ਕਮਾਉਣ ਵਾਸਤੇ ਕੀਤਾ ਜਾਂਦਾ ਹੈ। ਲੋਕ ਇਨਵੈਸਟਮੈਂਟ ਤਾਂ ਕਰਦੇ ਆ, ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਤਾਂ ਕਰਦਾ ਹੈ ਕਿਉਂਕਿ ਉਸ ਤੋਂ ਲਾਭ ਪ੍ਰਾਪਤ ਕੀਤਾ ਜਾ ਸਕੇ। ਪ੍ਰਾਈਵੇਟ ਇਨਵੈਸਟਮੈਂਟ MEC ਤੇ ਰੇਟ ਆਫ ਇੰਟਰਸਟ ਦੇ ਉੱਤੇ ਡਿਪੈਂਡ ਕਰਦਾ। ਪ੍ਰਾਈਵੇਟ ਇਨਵੈਸਟਮੈਂਟ MEC ਤੇ ਰੇਟ ਆਫ ਇੰਟਰਸਟ ਤੋਂ ਪ੍ਰਭਾਵਿਤ ਹੁੰਦਾ। ਜਦੋਂ MEC ਜ਼ਿਆਦਾ ਹੁੰਦੀ ਹੈ, ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਜ਼ਿਆਦਾ ਹੁੰਦੀ ਹੈ ਰੇਟ ਆਫ ਇੰਟਰਸਟ ਤੋਂ, ਤਾਂ ਉਦੋਂ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਕਰਦਾ। ਜਦੋਂ ਪ੍ਰੋਫਿਟ ਮਿਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਨਵੈਸਟਮੈਂਟ ਦੀ ਕੋਸਟ ਘੱਟ ਹੁੰਦੀ ਹੈ ਜਾਂ ਇਨਵੈਸਟਮੈਂਟ ਦਾ ਖਰਚਾ ਘੱਟ ਹੁੰਦਾ, ਰੇਟ ਆਫ ਇੰਟਰਸਟ ਘੱਟ ਹੁੰਦਾ, ਤਾਂ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਕਰਨਾ ਪਸੰਦ ਕਰਦਾ। ਪ੍ਰਾਈਵੇਟ ਸੈਕਟਰ ਵੱਧ ਤੋਂ ਵੱਧ ਉਦੋਂ ਇਨਵੈਸਟਮੈਂਟ ਕਰਦਾ ਜਦੋਂ MEC ਰੇਟ ਆਫ ਇੰਟਰਸਟ ਤੋਂ ਜ਼ਿਆਦਾ ਹੁੰਦੀ ਹੈ। ਜਦੋਂ MEC ਰੇਟ ਆਫ ਇੰਟਰਸਟ ਤੋਂ ਘੱਟ ਹੁੰਦੀ ਹੈ, ਜਦੋਂ MEC ਲੈਸ ਦੈਨ ਰੇਟ ਆਫ ਇੰਟਰਸਟ ਹੁੰਦੀ ਹੈ, ਤਾਂ ਪ੍ਰਾਈਵੇਟ ਸੈਕਟਰ ਦੁਆਰਾ ਇਨਵੈਸਟਮੈਂਟ ਨਹੀਂ ਕੀਤਾ ਜਾਂਦਾ ਕਿਉਂਕਿ MEC ਹੈ ਜਿਹੜੀ ਇਹ ਪ੍ਰੋਫਿਟ ਮਿਲਣ ਦੀ ਸੰਭਾਵਨਾ ਨੂੰ ਦੱਸਦੀ ਹੈ। ਇਨਵੈਸਟਮੈਂਟ ਕਰਨ ਦੇ ਨਾਲ ਕਿੰਨਾ ਪ੍ਰੋਫਿਟ ਮਿਲਣ ਦੀ ਸੰਭਾਵਨਾ ਹੈ। ਜੇ ਇਹ ਕੋਸਟ ਆਫ ਇਨਵੈਸਟਮੈਂਟ ਤੋਂ ਘੱਟ ਹੈ, ਜੇ ਪ੍ਰੋਫਿਟ ਮਿਲਣ ਦੀ ਸੰਭਾਵਨਾ ਇਨਵੈਸਟਮੈਂਟ ਦੀ ਕੋਸਟ ਤੋਂ ਘੱਟ ਹੈ ਤਾਂ ਇਨਵੈਸਟਮੈਂਟ ਨਹੀਂ ਕੀਤਾ ਜਾਊਗਾ, ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਨਹੀਂ ਕਰਦਾ। ਜਦੋਂ MEC ਰੇਟ ਆਫ ਇੰਟਰਸਟ ਤੋਂ ਜ਼ਿਆਦਾ ਹੁੰਦੀ ਹੈ ਤਾਂ ਪ੍ਰਾਈਵੇਟ ਸੈਕਟਰ ਦੁਆਰਾ ਉਦੋਂ ਵੱਧ ਤੋਂ ਵੱਧ ਇਨਵੈਸਟਮੈਂਟ ਕੀਤਾ ਜਾਂਦਾ। ਪ੍ਰਾਈਵੇਟ ਇਨਵੈਸਟਮੈਂਟ ਇੰਡਿਊਸਡ ਇਨਵੈਸਟਮੈਂਟ ਹੀ ਹੁੰਦਾ ਜਿਹੜਾ ਪ੍ਰੋਫਿਟ ਤੋਂ ਪ੍ਰੇਰਿਤ ਹੋ ਕੇ ਕੀਤਾ ਜਾਂਦਾ। ਅਗਲਾ ਹੈ ਪਬਲਿਕ ਇਨਵੈਸਟਮੈਂਟ। ਪਬਲਿਕ ਇਨਵੈਸਟਮੈਂਟ MEC ਜਾਂ ਰੇਟ ਆਫ ਇੰਟਰਸਟ ਨੂੰ ਧਿਆਨ 'ਚ ਰੱਖ ਕੇ ਨਹੀਂ ਕੀਤਾ ਜਾਂਦਾ। ਇਹ ਇਕਨੋਮਿਕ ਵੈਲਫੇਅਰ ਅਤੇ ਇਕਨੋਮਿਕ ਡਿਵੈਲਪਮੈਂਟ ਨੂੰ ਧਿਆਨ 'ਚ ਰੱਖ ਕੇ ਕੀਤਾ ਜਾਂਦਾ। ਇਕੋਨਮੀ ਦਾ ਜਦੋਂ ਗੌਰਮੈਂਟ ਇਕਨੋਮਿਕ ਵੈਲਫੇਅਰ ਕਰਨਾ ਚਾਹੁੰਦੀ ਹੈ ਲੋਕਾਂ ਦਾ, ਜਾਂ ਇਕੋਨਮੀ ਨੂੰ ਡਿਵੈਲਪ ਕਰਨਾ ਚਾਹੁੰਦੀ ਹੈ, ਤਾਂ ਉਦੋਂ ਵੱਧ ਤੋਂ ਵੱਧ ਪਬਲਿਕ ਸੈਕਟਰ ਦੇ ਵਿੱਚ ਇਨਵੈਸਟਮੈਂਟ ਕੀਤਾ ਜਾਂਦਾ। ਇਹ ਪ੍ਰੋਫਿਟ ਲੈਵਲ ਤੋਂ ਇੰਡੀਪੈਂਡੈਂਟ ਹੁੰਦਾ, ਇਹ ਆਟੋਨਮਸ ਇਨਵੈਸਟਮੈਂਟ ਹੀ ਹੁੰਦਾ। ਅਗਲੀ ਟਾਈਪ ਹੈ ਗ੍ਰੋਸ ਇਨਵੈਸਟਮੈਂਟ। ਗ੍ਰੋਸ ਇਨਵੈਸਟਮੈਂਟ ਟੋਟਲ ਇਨਵੈਸਟਮੈਂਟ ਨੂੰ ਕਿਹਾ ਜਾਂਦਾ। ਕਿਸੇ ਇਕੋਨਮੀ ਦੇ ਵਿੱਚ ਇੱਕ ਨਿਸ਼ਚਿਤ ਸਮੇਂ 'ਚ ਕੈਪੀਟਲ ਗੂਡਸ 'ਤੇ ਕੀਤੇ ਗਏ ਟੋਟਲ ਖਰਚ ਨੂੰ ਜਾਂ ਟੋਟਲ ਐਕਸਪੈਂਡੀਚਰ ਨੂੰ ਗ੍ਰੋਸ ਇਨਵੈਸਟਮੈਂਟ ਕਿਹਾ ਜਾਂਦਾ। ਗ੍ਰੋਸ ਇਨਵੈਸਟਮੈਂਟ ਦੇ ਵਿੱਚ ਨੈੱਟ ਇਨਵੈਸਟਮੈਂਟ ਅਤੇ ਰੀਪਲੇਸਮੈਂਟ ਇਨਵੈਸਟਮੈਂਟ ਨੂੰ ਜੋੜਿਆ ਜਾਂਦਾ। ਨੈੱਟ ਇਨਵੈਸਟਮੈਂਟ ਹੁੰਦਾ ਨਵੀਆਂ ਮਸ਼ੀਨਾਂ ਦੇ ਉੱਤੇ ਕੀਤਾ ਜਾਣ ਵਾਲਾ ਖਰਚਾ। ਰੀਪਲੇਸਮੈਂਟ ਇਨਵੈਸਟਮੈਂਟ ਹੈ ਪੁਰਾਣੀਆਂ ਮਸ਼ੀਨਾਂ ਦੀ ਰਿਪੇਅਰ ਕਰਨ ਵਾਸਤੇ ਕੀਤਾ ਜਾਣ ਵਾਲਾ ਖਰਚਾ। ਜਦੋਂ ਇਕੋਨਮੀ ਦੇ ਵਿੱਚ ਜਾਂ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਹੁੰਦੀਆਂ, ਉਹਨਾਂ ਦੇ ਚੱਲਣ ਨਾਲ ਜਾਂ ਕੰਮ ਕਰਦੀਆਂ ਰਹਿਣ ਨਾਲ ਉਹਨਾਂ ਦੇ ਵਿੱਚ ਕੁਛ ਟੁੱਟ ਫੁੱਟ ਹੋ ਜਾਂਦੀ ਹੈ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ, ਉਹਨਾਂ ਨੂੰ ਘਿਸਾਵਟ ਹੋ ਜਾਂਦੀ ਹੈ, ਤਾਂ ਉਹਨਾਂ ਦੀ ਰਿਪੇਅਰ ਕਰਾਉਣੀ ਪੈਂਦੀ ਹੈ। ਉਹਨਾਂ ਦੀ ਰਿਪੇਅਰ ਕਰਾਉਣ ਵਾਸਤੇ ਜਿਹੜਾ ਵੀ ਪੈਸਾ ਰੱਖਿਆ ਜਾਂਦਾ ਉਸ ਨੂੰ ਰੀਪਲੇਸਮੈਂਟ ਇਨਵੈਸਟਮੈਂਟ ਕਿਹਾ ਜਾਂਦਾ। ਨੈੱਟ ਇਨਵੈਸਟਮੈਂਟ ਹੁੰਦਾ ਜਦੋਂ ਨਵੀਆਂ ਮਸ਼ੀਨਾਂ ਖਰੀਦੀਆਂ ਜਾਂਦੀਆਂ ਤਾਂ ਇਸ ਨੂੰ ਨੈੱਟ ਇਨਵੈਸਟਮੈਂਟ ਕਿਹਾ ਜਾਂਦਾ। ਨੈੱਟ ਇਨਵੈਸਟਮੈਂਟ ਨੂੰ ਪਤਾ ਕਰਨ ਵਾਸਤੇ ਗ੍ਰੋਸ ਇਨਵੈਸਟਮੈਂਟ ਦੇ ਵਿੱਚੋਂ ਰੀਪਲੇਸਮੈਂਟ ਇਨਵੈਸਟਮੈਂਟ ਨੂੰ ਘਟਾ ਦਿੱਤਾ ਜਾਂਦਾ। ਟੋਟਲ ਇਨਵੈਸਟਮੈਂਟ ਦੇ ਵਿੱਚੋਂ ਰੀਪਲੇਸਮੈਂਟ ਇਨਵੈਸਟਮੈਂਟ ਨੂੰ ਜਾਂ ਘਿਸਾਵਟ ਦੇ ਖਰਚੇ ਨੂੰ ਘਟਾ ਕੇ ਨੈੱਟ ਇਨਵੈਸਟਮੈਂਟ ਦਾ ਪਤਾ ਲੱਗ ਜਾਂਦਾ। ਅਗਲੀ ਟਾਈਪ ਹੈ ਪਲੈਨਡ ਇਨਵੈਸਟਮੈਂਟ। ਪਲੈਨਡ ਇਨਵੈਸਟਮੈਂਟ ਉਹ ਹੁੰਦਾ ਜਿਹੜਾ ਪਲੈਨਿੰਗ ਦੇ ਅਕੋਰਡਿੰਗ ਕੀਤਾ ਜਾਂਦਾ, ਜਿਹੜਾ ਇਨਵੈਸਟਮੈਂਟ ਕਰਨ ਵਾਲਿਆਂ ਦੀ ਮਰਜ਼ੀ ਦੇ ਅਕੋਰਡਿੰਗ ਕੀਤਾ ਜਾਂਦਾ, ਜਿਹੜਾ ਆਉਣ ਵਾਲੇ ਫਿਊਚਰ ਦੇ ਵਿੱਚ ਕਿੰਨੀ ਡਿਮਾਂਡ ਹੋਊਗੀ ਇਸ ਡਿਮਾਂਡ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜਿੰਨਾ ਇਨਵੈਸਟਮੈਂਟ ਕੀਤਾ ਜਾਂਦਾ ਉਸ ਨੂੰ ਪਲੈਨਡ ਇਨਵੈਸਟਮੈਂਟ ਕਿਹਾ ਜਾਂਦਾ।
ਪਹਿਲਾਂ ਹੀ ਇਨਵੈਸਟਮੈਂਟ ਕਰਨ ਵਾਲੇ ਇਹ ਸੋਚ ਲੈਂਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਵਸਤੂ ਦੀ ਡਿਮਾਂਡ ਹੋਊਗੀ ਤਾਂ ਉਸੇ ਵਸਤੂ ਦੇ ਉੱਤੇ ਉਹ ਇਨਵੈਸਟਮੈਂਟ ਕਰਦੇ ਆ, ਉਸ ਵਸਤੂ ਨੂੰ ਬਣਾਉਣ ਵਾਸਤੇ ਇਨਵੈਸਟਮੈਂਟ ਕਰਦੇ ਆ ਅਤੇ ਉਹਨਾਂ ਦੀ ਮਰਜ਼ੀ ਨਾਲ ਕੀਤਾ ਹੋਇਆ ਇਨਵੈਸਟਮੈਂਟ ਹੁੰਦਾ। ਜਾਂ ਕਦੇ ਇਹ ਵੀ ਸੋਚਿਆ ਜਾਂਦਾ ਉਹਨਾਂ ਦੁਆਰਾ ਕਿ ਕਿਸੇ ਵਸਤੂ ਦੀ ਕੋਸਟ ਨੂੰ ਕਿਵੇਂ ਘਟਾਇਆ ਜਾਵੇ, ਤਾਂ ਨਵੀਂ ਟੈਕਨੋਲੋਜੀ ਵੀ ਅਪਣਾਈ ਜਾਂਦੀ ਹੈ। ਇਹ ਵੀ ਉਹਨਾਂ ਦੀ ਪਲੈਨਿੰਗ ਦੇ ਵਿੱਚ ਸ਼ਾਮਿਲ ਹੁੰਦਾ ਕਿ ਕਿਸ ਤਰ੍ਹਾਂ ਦੀ ਟੈਕਨੋਲੋਜੀ ਨੂੰ ਅਪਣਾਇਆ ਜਾਵੇ ਜਿਹਦੇ ਨਾਲ ਖਰਚਾ ਘਟੇ ਜਾਂ ਕੋਸਟ ਘਟੇ। ਤਾਂ ਇਸ ਤਰ੍ਹਾਂ ਦੀ ਨਵੀਂ ਟੈਕਨੋਲੋਜੀ ਨੂੰ ਅਪਣਾਉਣ ਵਾਸਤੇ ਜਿਹੜਾ ਖਰਚ ਕੀਤਾ ਜਾਂਦਾ ਉਸ ਨੂੰ ਵੀ ਪਲੈਨਡ ਇਨਵੈਸਟਮੈਂਟ ਕਿਹਾ ਜਾਂਦਾ। ਅਨਪਲੈਨਡ ਇਨਵੈਸਟਮੈਂਟ, ਅਨਪਲੈਨਡ ਇਨਵੈਸਟਮੈਂਟ ਉਹ ਇਨਵੈਸਟਮੈਂਟ ਹੁੰਦਾ ਜਿਹੜਾ ਇਨਵੈਸਟਮੈਂਟ ਕਰਨ ਵਾਲਿਆਂ ਦੀ ਮਰਜ਼ੀ ਦੇ ਵਿਰੁੱਧ ਹੁੰਦਾ, ਮਰਜ਼ੀ ਤੋਂ ਬਿਨਾਂ ਕੀਤਾ ਜਾਂਦਾ। ਕਈ ਵਾਰੀ ਇਨਵੈਸਟਮੈਂਟ ਕਰਨ ਵਾਲੇ ਫਿਊਚਰ ਡਿਮਾਂਡ ਦਾ ਗਲਤ ਅੰਦਾਜ਼ਾ ਲਾ ਲੈਂਦੇ ਆ ਅਤੇ ਉਹ ਜ਼ਿਆਦਾ ਵਸਤੂਆਂ ਦੀ ਸਪਲਾਈ ਕਰ ਦਿੰਦੇ ਆ। ਉਹ ਸੋਚਦੇ ਆ ਫਿਊਚਰ ਦੇ ਵਿੱਚ ਇਸ ਵਸਤੂ ਦੀ ਡਿਮਾਂਡ ਜ਼ਿਆਦਾ ਹੋਊਗੀ, ਇਸ ਕਰਕੇ ਉਸ ਵਸਤੂ ਦੀ ਇਹ ਸਪਲਾਈ ਜ਼ਿਆਦਾ ਕਰ ਦਿੰਦੇ ਆ। ਪਰ ਫਿਊਚਰ ਦੇ ਵਿੱਚ ਇਹ ਹੋ ਸਕਦਾ ਹੈ ਕਿ ਉਸ ਵਸਤੂ ਦੀ ਡਿਮਾਂਡ ਘੱਟ ਜੇ ਜਿਹੜੀ ਤਾਂ ਉਸਨੂੰ ਉਹਨਾਂ ਨੇ ਜ਼ਿਆਦਾ ਸਪਲਾਈ ਕਰ ਰੱਖੀ ਹੈ ਅਤੇ ਸਟਾਕ ਹੈ ਜਿਹੜਾ ਉਹਦੇ ਵਿੱਚ ਵਾਧਾ ਹੋ ਜਾਂਦਾ। ਜਿੰਨਾ ਸਟਾਕ ਵੱਧ ਜਾਂਦਾ ਜਾਂ ਅਣਵਿਕਿਆ ਰਹਿ ਜਾਂਦਾ ਜਾਂ ਸਪਲਾਈ ਜਿੰਨੀ ਵੱਧ ਹੋ ਜਾਂਦੀ ਹੈ ਉਸ ਨੂੰ ਅਨਪਲੈਨਡ ਇਨਵੈਸਟਮੈਂਟ ਕਿਹਾ ਜਾਂਦਾ, ਜਿਹਦੇ ਬਾਰੇ ਉਹ ਗਲਤ ਅੰਦਾਜ਼ਾ ਲਾ ਲੈਂਦੇ ਆ ਜਿਹੜਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹੁੰਦਾ। ਪਿਛਲੀ ਵੀਡੀਓ 'ਚ ਆਪਾਂ ਕਿਹਾ ਸੀ ਕਿ ਆਪਾਂ ਡਿਟਰਮੀਨੈਂਟਸ ਆਫ ਇੰਡਿਊਸਡ ਇਨਵੈਸਟਮੈਂਟ ਕਰਾਂਗੇ। ਇੰਡਿਊਸਡ ਇਨਵੈਸਟਮੈਂਟ ਦੇ ਡਿਟਰਮੀਨੈਂਟਸ ਦੋ ਹੈਗੇ ਆ, MEC ਮਾਰਜਨਲ ਐਫੀਸ਼ੀਐਂਸੀ ਆਫ ਕੈਪੀਟਲ ਅਤੇ ਦੂਸਰਾ ਹੈ ਰੇਟ ਆਫ ਇੰਟਰਸਟ। ਇਹ ਦੋਨੇ ਫੈਕਟਰ ਇਨਵੈਸਟਮੈਂਟ ਨੂੰ ਪ੍ਰਭਾਵਿਤ ਕਰਦੇ ਆ। ਇਨਵੈਸਟਮੈਂਟ ਇਹਨਾਂ ਦੋਨਾਂ ਦੇ ਉੱਤੇ ਡਿਪੈਂਡ ਕਰਦਾ। MEC ਡਿਪੈਂਡ ਕਰਦੀ ਹੈ ਪ੍ਰਸਪੈਕਟਿਵ ਯੀਲਡ ਦੇ ਉੱਤੇ ਅਤੇ ਸਪਲਾਈ ਪ੍ਰਾਈਸ ਦੇ ਉੱਤੇ। MEC ਹੈ ਇਨਵੈਸਟਮੈਂਟ ਕਰਨ ਨਾਲ ਕਿੰਨਾ ਪ੍ਰੋਫਿਟ ਮਿਲਣ ਦੀ ਸੰਭਾਵਨਾ ਹੈ। ਇਹ ਡਿਪੈਂਡ ਕਰਦੀ ਹੈ ਪ੍ਰਸਪੈਕਟਿਵ ਯੀਲਡ ਦੇ ਉੱਤੇ। ਪ੍ਰਸਪੈਕਟਿਵ ਯੀਲਡ ਹੁੰਦੀ ਹੈ ਕਿ ਜਦੋਂ ਕਿਸੇ ਮਸ਼ੀਨ ਦੇ ਉੱਤੇ ਇਨਵੈਸਟਮੈਂਟ ਕੀਤਾ ਜਾਂਦਾ ਤਾਂ ਉਸ ਮਸ਼ੀਨ ਤੋਂ ਉਹਦੇ ਸਾਰੇ ਟਾਈਮ ਦੇ ਵਿੱਚ ਜਿੰਨਾ ਚਿਰ ਉਸ ਮਸ਼ੀਨ ਨੇ ਚੱਲਣਾ ਓਨੇ ਟਾਈਮ ਦੇ ਵਿੱਚ ਕਿੰਨੀ ਆਮਦਨ ਪ੍ਰਾਪਤ ਹੋਣ ਦੀ ਸੰਭਾਵਨਾ ਹੈ, ਇਸ ਨੂੰ ਪ੍ਰਸਪੈਕਟਿਵ ਯੀਲਡ ਕਿਹਾ ਜਾਂਦਾ। ਜਿੰਨੀ ਜ਼ਿਆਦਾ ਆਮਦਨ ਪ੍ਰਾਪਤ ਹੋਣ ਦੀ ਸੰਭਾਵਨਾ ਹੁੰਦੀ ਹੈ ਉਨੀ MEC ਜ਼ਿਆਦਾ ਹੁੰਦੀ ਹੈ, ਇਸ ਕਰਕੇ ਇਨਵੈਸਟਮੈਂਟ ਵੀ ਜ਼ਿਆਦਾ ਕੀਤਾ ਜਾਂਦਾ। ਫਿਰ ਹੈਗੀ ਹੈ ਸਪਲਾਈ ਪ੍ਰਾਈਸ। MEC ਨੂੰ ਪ੍ਰਭਾਵਿਤ ਕਰਨ ਵਾਲਾ ਦੂਜਾ ਫੈਕਟਰ ਹੈ ਸਪਲਾਈ ਪ੍ਰਾਈਸ। ਸਪਲਾਈ ਪ੍ਰਾਈਸ ਉਹ ਹੁੰਦੀ ਹੈ ਜਿਵੇਂ ਜਿਹੜੀ ਵੀ ਮਸ਼ੀਨ ਉਹ ਲੱਗੀ ਹੋਈ ਹੈ, ਜਿਹੜੀ ਮਸ਼ੀਨ ਚੱਲ ਰਹੀ ਹੈ, ਵਰਤਮਾਨ ਕੈਪੀਟਲ ਗੂਡਸ ਦੀ ਥਾਂ 'ਤੇ ਬਿਲਕੁਲ ਉਸੇ ਤਰ੍ਹਾਂ ਦੇ ਨਵੇਂ ਕੈਪੀਟਲ ਗੂਡਸ ਦੀ ਪ੍ਰੋਡਕਸ਼ਨ ਕੋਸਟ ਨੂੰ ਸਪਲਾਈ ਪ੍ਰਾਈਸ ਕਿਹਾ ਜਾਂਦਾ। ਹਾਂ ਵੀ ਇਨਵੈਸਟਮੈਂਟ ਨੂੰ ਪ੍ਰਭਾਵਿਤ ਕਰਨ ਵਾਲਾ ਦੂਜਾ ਫੈਕਟਰ ਹੈ ਰੇਟ ਆਫ ਇੰਟਰਸਟ। ਰੇਟ ਆਫ ਇੰਟਰਸਟ ਜਾਂ ਵਿਆਜ ਦੀ ਦਰ ਇਨਵੈਸਟਮੈਂਟ ਨੂੰ ਪ੍ਰਭਾਵਿਤ ਕਰਦੀ ਹੈ। ਜੇ ਰੇਟ ਆਫ ਇੰਟਰਸਟ ਘੱਟ ਹੁੰਦਾ ਤਾਂ ਇੰਡਿਊਸਡ ਇਨਵੈਸਟਮੈਂਟ ਜ਼ਿਆਦਾ ਹੁੰਦਾ। MEC ਜੇ ਜ਼ਿਆਦਾ ਹੁੰਦੀ ਹੈ ਤਾਂ ਇੰਡਿਊਸਡ ਇਨਵੈਸਟਮੈਂਟ ਜ਼ਿਆਦਾ ਹੁੰਦਾ। ਰੇਟ ਆਫ ਇੰਟਰਸਟ ਦਾ ਅਤੇ ਇੰਡਿਊਸਡ ਇਨਵੈਸਟਮੈਂਟ ਦਾ ਆਪਸ ਦੇ ਵਿੱਚ ਨੈਗੇਟਿਵ ਰਿਲੇਸ਼ਨ ਹੁੰਦਾ। ਰੇਟ ਆਫ ਇੰਟਰਸਟ ਘੱਟ ਹੋਊਗਾ ਤਾਂ ਇਨਵੈਸਟਮੈਂਟ ਜ਼ਿਆਦਾ ਕੀਤਾ ਜਾਂਦਾ। ਰੇਟ ਆਫ ਇੰਟਰਸਟ ਨਾਲ